Hello students, next method is regression analysis. Correlation coefficient ਤੋਂ ਬਾਅਦ regression analysis ਇਸ ਯੂਨਿਟ ਦਾ ਲਾਸਟ ਟੌਪਿਕ ਹੈ ਔਰ ਇਹ ਬਹੁਤ ਈਜ਼ੀ ਹੈ, ਓਨਲੀ ਵਨ ਐਕਸਰਸਾਈਜ਼ ਇਟ ਹੈਜ਼। ਤੇ ਰਿਗਰੈਸ਼ਨ ਹੁੰਦਾ ਕੀ ਹੈ? ਰਿਗਰੈਸ਼ਨ ਅਨਾਲਿਸਿਸ ਜਿਹੜਾ ਆ ਕੋਰਿਲੇਸ਼ਨ ਕੋਫੀਸ਼ੀਐਂਟ ਦੀ ਤਰ੍ਹਾਂ ਹੀ ਹੈ ਕਿ ਦੋ ਡਾਟਾ ਸੈੱਟ ਦੇ ਵਿੱਚ ਰਿਲੇਸ਼ਨ ਸਾਨੂੰ ਦੱਸਦਾ ਹੈ ਕੋਰਿਲੇਸ਼ਨ ਕੋਫੀਸ਼ੀਐਂਟ। ਉਸ ਰਿਲੇਸ਼ਨ ਨੂੰ ਯੂਜ਼ ਕਰਕੇ ਅਸੀਂ ਇੱਕ ਵੇਰੀਏਬਲ ਦੀ ਵੈਲਿਊ ਤੋਂ ਦੂਜੇ ਦੀ ਕਿੱਦਾਂ ਐਸਟੀਮੇਟ ਕਰਨੀ ਹੈ, ਉਹ ਰਿਗਰੈਸ਼ਨ ਹੈ। ਰਿਗਰੈਸ਼ਨ ਐਕਚੁਅਲੀ 'ਚ ਐਵਰੇਜ ਰਿਲੇਸ਼ਨ ਹੈ ਬਿਟਵੀਨ ਟੂ ਵੇਰੀਏਬਲਸ। ਇਹਦਾ ਲਿਟਰਲ ਮੀਨਿੰਗ ਹੈ ਸਟੈਪਿੰਗ ਬੈਕ ਟੂਵਰਡ ਦੀ ਐਵਰੇਜ, ਰਿਗਰੈਸ਼ਨ ਦਾ ਮਤਲਬ। ਤੇ ਇਹ ਜਿਹੜੀ ਫਸਟ ਮੈਥਡ ਯੂਜ਼ ਕੀਤਾ ਸੀਗਾ ਬ੍ਰਿਟਿਸ਼ ਸਾਇੰਟਿਸਟ ਸਰ ਫ੍ਰਾਂਸਿਸ ਗੈਲਟਨ ਨੇ। ਹੁਣ ਇਹਨੂੰ ਆਪਾਂ ਸਟੈਟਿਸਟੀਕਲ ਦੇਖੀਏ ਤਾਂ ਜਦੋਂ ਸਾਡੇ ਕੋਲ ਐਕਸ ਤੇ ਵਾਈ ਵੈਲਿਊਜ਼ ਦਿੱਤੀਆਂ ਹੁੰਦੀਆਂ, ਵੇਰੀਏਬਲ ਦਿੱਤੇ ਹੁੰਦੇ ਆ, ਉਹਨਾਂ ਦੇ ਪੁਆਇੰਟਸ ਦਿੱਤੇ ਹੋਏ ਆ, ਉਹਨਾਂ ਤੋਂ ਸਿੱਧਾ ਅੰਦਾਜ਼ਾ ਲਗਾਉਣਾ ਕਿ ਇੱਕ ਵੈਲਿਊ ਦੇ ਨਾਲ ਦੂਸਰਾ ਕਿਸ ਤਰੀਕੇ ਨਾਲ ਰਿਲੇਟਡ ਹੈ ਪੋਸੀਬਲ ਨਹੀਂ ਹੁੰਦਾ। ਇਸ ਕਰਕੇ ਜਿਹੜਾ ਰਿਗਰੈਸ਼ਨ ਹੈ ਉਹ ਸਾਨੂੰ ਇੱਕ ਸਟੈਟਿਸਟੀਕਲ ਟਰਮ ਦਿੰਦਾ, ਇੱਕ ਇਕੁਏਸ਼ਨ ਦਿੰਦਾ ਹੈ ਮੈਥਡ, ਜਿਹਦੇ ਨਾਲ ਅਸੀਂ ਇੱਕ ਵੈਲਿਊ ਐਕਸ ਦੀ ਅਗਰ ਹੈ ਸਾਡੇ ਕੋਲ ਤਾਂ ਅਸੀਂ ਉਹਦੇ ਹਿਸਾਬ ਨਾਲ ਵਾਈ ਦੀ ਵੈਲਿਊ ਸੋਲਵ ਕਰ ਸਕਦੇ ਹਾਂ। ਜਿਹੜਾ ਐਕਸ ਹੈ ਇਹ ਹੈਗਾ ਇੰਡੀਪੈਂਡੈਂਟ ਵੇਰੀਏਬਲ ਤੇ ਵਾਈ ਹੈ ਡਿਪੈਂਡੈਂਟ ਵੇਰੀਏਬਲ, ਕਿਉਂਕਿ ਵਾਈ ਦੀ ਵੈਲਿਊ ਐਕਸ 'ਤੇ ਡਿਪੈਂਡ ਕਰਦੀ ਹੈ। ਉਹ ਕਿੱਦਾਂ ਡਿਪੈਂਡ ਕਰਦੀ ਹੈ? ਇਹੀ ਰਿਲੇਸ਼ਨ ਜਿਹੜਾ ਹੈ ਰਿਗਰੈਸ਼ਨ ਲਾਈਨ ਤੋਂ ਪਤਾ ਚੱਲਦਾ ਹੈ। ਨਾਓ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਡਿਪੈਂਡੈਂਟ ਵੇਰੀਏਬਲ ਵਾਈ ਹੈ, ਇਹਨੂੰ ਆਪਾਂ ਐਕਸਪਲੇਨਡ, ਰਿਗਰੈਸਡ ਜਾਂ ਰਿਸਪੌਂਸ ਵੇਰੀਏਬਲ ਵੀ ਕਹਿੰਦੇ ਹਾਂ। ਇੰਡੀਪੈਂਡੈਂਟ ਵੇਰੀਏਬਲ ਐਕਸ ਹੁੰਦਾ ਆ, ਜਿਹਨੂੰ ਐਕਸਪਲੇਨੇਟਰੀ, ਰਿਗਰੈਸਰ ਜਾਂ ਪ੍ਰੀਡਿਕਟਰ ਵੇਰੀਏਬਲ ਕਹਿੰਦੇ ਆ। ਔਰ ਆਹ ਜਿਹੜਾ ਰਿਲੇਸ਼ਨ ਹੈ ਲੀਨੀਅਰ ਰਿਗਰੈਸ਼ਨ ਹੈ, y ਇਜ਼ ਇਕੁਅਲ ਟੂ a ਪਲਸ ਬੀ ਐਕਸ। ਜਿਹੜਾ ਐਕਸ ਦੇ ਨਾਲ b ਲੱਗਾ ਹੋਇਆ ਇਹ ਸਲੋਪ ਹੁੰਦਾ ਆ, ਸਲੋਪ ਆਫ ਦੀ ਰਿਗਰੈਸ਼ਨ ਲਾਈਨ। ਤੇ ਜਿਹੜਾ a ਹੈ ਇਹਨੂੰ ਆਪਾਂ ਬੋਲਦੇ ਇੰਟਰਸੈਪਟ। ਠੀਕ ਹੈ, ਕਿਉਂਕਿ ਸਟ੍ਰੇਟ ਲਾਈਨ ਬਣਦੀ ਹੈ, ਸਟ੍ਰੇਟ ਲਾਈਨ ਜਿੱਥੇ ਕੱਟਦੀ ਹੈ ਵਾਈ ਐਕਸਿਸ ਨੂੰ ਉਹ ਸਾਡੇ ਕੋਲ a ਹੈ। ਤੇ ਇਹਦੀ ਸਲੋਪ ਕਿੰਨੀ ਹੈ? ਜਿੱਦਾਂ ਸਟ੍ਰੇਟ ਲਾਈਨ ਬਣ ਗਈ, ਸਲੋਪ ਜਿਹੜਾ ਐਂਗਲ ਬਣਾਉਂਦਾ ਹੈ ਉਹ tan of that angle is called slope of the line। ਹੁਣ ਇਹਦੀ ਅਜ਼ੰਪਸ਼ਨ ਮੀਨਸ, ਅਜ਼ੰਪਸ਼ਨ ਦਾ ਮਤਲਬ ਹੁੰਦਾ ਕਿਹੜੀਆਂ ਚੀਜ਼ਾਂ ਹੋਲਡ ਕਰਨੀਆਂ ਚਾਹੀਦੀਆਂ ਤਾਂ ਇਹ ਮੈਥਡ ਲੱਗਦਾ ਆ। ਉਹਦੇ ਲਈ ਇੱਕ ਤਾਂ ਲੀਨੀਅਰ ਰਿਲੇਸ਼ਨ ਹੋਣਾ ਚਾਹੀਦਾ ਆ, ਫਿਰ ਇੰਡੀਪੈਂਡੈਂਟ ਵੇਰੀਏਬਲ ਰੈਂਡਮ ਨਹੀਂ ਹੋਣਾ ਚਾਹੀਦਾ, ਰੈਜ਼ੀਡੂਅਲ ਐਰਰ 0 ਹੋਣੀ ਚਾਹੀਦੀ ਹੈ, ਤੇ ਰੈਜ਼ੀਡੂਅਲ ਐਰਰ ਕਾਂਸਟੈਂਟ ਹੋਣੀ ਚਾਹੀਦੀ ਅਕ੍ਰੋਸ ਆਲ ਦੀ ਆਬਜ਼ਰਵੇਸ਼ਨ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਰੈਜ਼ੀਡੂਅਲ ਐਰਰ ਦੇ ਨਾਲ ਰਿਲੇਟਡ ਅਜ਼ੰਪਸ਼ਨ ਜਿਹੜੀਆਂ ਟਰੂ ਹੋਣੀਆਂ ਚਾਹੀਦੀਆਂ, ਤਾਂ ਹੀ ਅਸੀਂ ਰਿਗਰੈਸ਼ਨ ਦਾ ਮੈਥਡ ਲਗਾ ਸਕਦੇ ਹਾਂ। ਉਸ ਤੋਂ ਬਾਅਦ ਇਹਦੀ ਇੰਪੋਰਟੈਂਸ ਕੀ ਹੈ, ਕਿਉਂ ਅਸੀਂ ਇਹ ਮੈਥਡ ਪੜ੍ਹਦੇ ਹਾਂ? ਸਭ ਤੋਂ ਵੱਡੀ ਗੱਲ ਤਾਂ ਇਹ ਕਿ ਸਾਨੂੰ ਹੈਲਪ ਕਰਦਾ ਹੈ ਫੋਰਕਾਸਟਿੰਗ ਅਤੇ ਪ੍ਰੈਡਿਕਸ਼ਨ ਦੇ ਲਈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਬਿਜ਼ਨਸ ਦੇ ਵਿੱਚ, ਵੈਦਰ ਫੋਰਕਾਸਟਿੰਗ ਹੈ ਜਾਂ ਹੋਰ ਵੀ ਜਿਹੜੀ ਪ੍ਰੋਬੇਬਿਲਿਟੀ ਆਪਾਂ ਜਿੱਥੇ ਯੂਜ਼ ਕਰਦੇ ਹਾਂ ਉੱਥੇ ਸਾਡੇ ਪ੍ਰੈਡਿਕਸ਼ਨ ਯੂਜ਼ ਹੁੰਦੀ ਆ। ਅਤੇ ਪ੍ਰੈਡਿਕਸ਼ਨ ਆਪਾਂ ਕਿੱਦਾਂ ਕਰ ਸਕਦੇ ਹਾਂ? ਜੇ ਸਾਡੇ ਕੋਲ ਰਿਗਰੈਸ਼ਨ ਐਨਾਲਿਸਿਸ ਦੀ ਨੌਲੇਜ ਹੋਵੇ, ਸਾਡੇ ਕੋਲ ਰਿਗਰੈਸ਼ਨ ਐਨਾਲਿਸਿਸ ਦੀ ਇਕੁਏਸ਼ਨ ਹੋਵੇ ਜਿਹਦੇ ਤੋਂ ਅਸੀਂ ਇੱਕ ਵੇਰੀਏਬਲ ਦੀ ਵੈਲਿਊ ਦੇ ਕੇ ਦੂਸਰੇ ਦੀ ਪ੍ਰੈਡਿਕਟ ਕਰ ਸਕਦੇ ਹਾਂ। ਫਿਰ ਡਿਸੀਜਨ ਮੇਕਿੰਗ 'ਚ ਹੈਲਪ ਕਰਦਾ ਆ। ਫਿਰ ਇਕਨੋਮਿਕ ਅਤੇ ਕਮਰਸ ਦੇ ਵਿੱਚ ਜਿੰਨੀਆਂ ਵੀ ਐਕਟੀਵਿਟੀਜ਼ ਹੁੰਦੀਆਂ ਆ ਉਹਨੂੰ ਸਮਝਣ ਦੇ ਵਿੱਚ ਅਤੇ ਉਹਨੂੰ ਆਪਾਂ ਆਪਣੇ ਬੈਨੀਫਿਟ ਦੇ ਵਿੱਚ ਇਸਤੇਮਾਲ ਕਰਨ 'ਚ ਹੈਲਪ ਕਰਦਾ ਆ। ਰਿਸਕ ਐਨਾਲਿਸਿਸ ਜਿਹੜਾ ਇਹਦੇ ਨਾਲ ਅਸੀਂ ਕਰ ਸਕਦੇ ਹਾਂ। ਫਿਰ ਅੰਡਰਸਟੈਂਡਿੰਗ ਦੀ ਫੇਲੀਅਰਸ, ਕਿਹੜੇ ਕਾਰਨ ਸੀ ਜਿੰਨਾ ਫੇਲੀਅਰ ਹੋਏ ਉਹਨਾਂ ਨੂੰ ਆਪਾਂ ਰਿਮੂਵ ਕਰ ਸਕਦੇ ਅਗਰ ਸਾਨੂੰ ਰਿਗਰੈਸ਼ਨ ਐਨਾਲਿਸਿਸ ਦੀ ਨੌਲੇਜ ਹੋਵੇ। ਹੁਣ ਇਹ ਰਿਗਰੈਸ਼ਨ ਐਨਾਲਿਸਿਸ ਕਿੰਨੇ ਤਰੀਕੇ ਦਾ ਹੁੰਦਾ ਆ? ਸਿੰਪਲ ਹੁੰਦਾ ਆ, ਜਿਹਦੇ ਵਿੱਚ ਸਿਰਫ ਦੋ ਵੇਰੀਏਬਲ ਐਕਸ ਅਤੇ ਵਾਈ ਹੈ। ਐਕਸ ਇੰਡੀਪੈਂਡੈਂਟ ਵੇਰੀਏਬਲ ਹੈ ਅਤੇ ਵਾਈ ਡਿਪੈਂਡੈਂਟ ਵੇਰੀਏਬਲ ਹੈ। ਇਹ ਸਿੰਪਲ ਜਿਹੜੇ ਲੀਨੀਅਰ, ਸਿੰਪਲ ਅਤੇ ਲੀਨੀਅਰ ਜਿਹੜੇ ਸੇਮ ਹੀ ਹੁੰਦੇ ਆ। ਮਲਟੀਪਲ ਰਿਲੇਸ਼ਨ ਹੁੰਦਾ ਜਦੋਂ ਸਾਡੇ ਕੋਲ ਦੋ ਤੋਂ ਜ਼ਿਆਦਾ ਵੇਰੀਏਬਲ ਹੋਣ, ਮੰਨ ਲਓ ਐਕਸ ਵਾਈ ਜ਼ੈਡ, ਜਿਹਦੇ ਵਿੱਚੋਂ ਜ਼ੈਡ ਜਿਹੜਾ ਹੈ ਉਹ ਡਿਪੈਂਡੈਂਟ ਹੈ, ਐਕਸ ਅਤੇ ਵਾਈ ਇੰਡੀਪੈਂਡੈਂਟ ਵੇਰੀਏਬਲ। ਇੰਡੀਪੈਂਡੈਂਟ ਵੇਰੀਏਬਲ ਦੋ ਜਾਂ ਦੋ ਤੋਂ ਜ਼ਿਆਦਾ ਹੋ ਜਾਣ ਫਿਰ ਮਲਟੀਪਲ ਰਿਗਰੈਸ਼ਨ ਕਹਿੰਦੇ ਆ ਉਹਨੂੰ। ਪਾਰਸ਼ੀਅਲ ਰਿਗਰੈਸ਼ਨ ਮਲਟੀਪਲ ਦੀ ਤਰ੍ਹਾਂ ਹੀ ਹੁੰਦਾ, ਇਹਦੇ ਵਿੱਚ ਵੀ ਦੋ ਤੋਂ ਜ਼ਿਆਦਾ ਵੇਰੀਏਬਲ ਹੁੰਦੇ ਆ, ਲੇਕਿਨ ਪਾਰਸ਼ੀਅਲ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਹੜੇ ਐਕਸਟਰਾ ਵੇਰੀਏਬਲ ਉਹਨੂੰ ਆਪਾਂ ਕਾਂਸਟੈਂਟ ਮੰਨ ਲਈਦਾ ਆ। ਉਹਨਾਂ ਨੂੰ ਕਾਂਸਟੈਂਟ ਲੈ ਕੇ ਜਿਹੜੀ ਜ਼ੈਡ ਦੀ ਵੈਲਿਊ, ਜਿੱਦਾਂ ਹੁਣ ਇਹਦੇ ਦੇਖੋ ਜ਼ੈਡ ਇਜ਼ ਇਕੁਅਲ ਟੂ ਫੰਕਸ਼ਨ ਆਫ ਨਾਟ ਐਕਸ ਬਟ ਵਾਈ, ਆਪਾਂ ਐਕਸ ਨੂੰ ਕਾਂਸਟੈਂਟ ਮੰਨ ਲਿਆ ਅਤੇ ਵਾਈ 'ਤੇ ਸਿਰਫ ਜ਼ੈਡ ਡਿਪੈਂਡ ਕਰਦਾ, ਤਾਂ ਮੁੜ ਕੇ ਫਿਰ ਸਾਡੇ ਕੋਲ ਦੋ ਵੇਰੀਏਬਲ ਹੀ ਰਹਿ ਗਏ ਜ਼ੈਡ ਅਤੇ ਵਾਈ, ਕਿਉਂਕਿ ਐਕਸ ਨੂੰ ਆਪਾਂ ਕਾਂਸਟੈਂਟ ਰੱਖ ਲਿਆ। ਤਾਂ ਇਹ ਹੁੰਦਾ ਪਾਰਸ਼ੀਅਲ ਰਿਗਰੈਸ਼ਨ। ਲੀਨੀਅਰ ਜਦੋਂ ਸਾਰੇ ਪੁਆਇੰਟਸ ਜਿਹੜੇ ਆ, ਜਦੋਂ ਆਪਾਂ ਰਿਗਰੈਸ਼ਨ ਐਕਸ ਅਤੇ ਵਾਈ ਦੀ ਵੈਲਿਊਜ਼ ਨੂੰ ਪਲਾਟ ਕਰਦੇ ਹਾਂ ਗ੍ਰਾਫ ਦੇ ਉੱਤੇ, ਅਗਰ ਉਹ ਸਾਰੇ ਪੁਆਇੰਟ ਇੱਕ ਲਾਈਨ ਦੇ ਅਲੋਂਗ ਜਾ ਰਹੇ ਹੋਣ ਤਾਂ ਉਹ ਲੀਨੀਅਰ ਰਿਗਰੈਸ਼ਨ ਹੈ। ਅਗਰ ਉਹ ਇੱਕ ਲਾਈਨ ਦੇ ਅਲੋਂਗ ਨਾ ਹੋਵੇ ਤਾਂ ਨਾਨ ਲੀਨੀਅਰ ਰਿਗਰੈਸ਼ਨ। ਤਾਂ ਇਹ ਰਿਗਰੈਸ਼ਨ ਦੀਆਂ ਜਿਹੜੀ ਟਾਈਪਸ ਹੈ। ਉਸ ਤੋਂ ਬਾਅਦ ਰਿਗਰੈਸ਼ਨ ਲਾਈਨ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਰਿਗਰੈਸ਼ਨ ਲਾਈਨ ਜਦੋਂ ਪੁਆਇੰਟਸ ਇੱਕ
ਲਾਈਨ ਦੇ ਅਲੋਂਗ ਹੋਣ। ਉਹ ਕਿਸ ਤਰੀਕੇ ਦੀ ਲਾਈਨ ਹੁੰਦੀ ਆ, ਜਿੱਦਾਂ ਹੁਣ ਇਹਦੀ ਇਕੁਏਸ਼ਨ y ਇਜ਼ ਇਕੁਅਲ ਟੂ a ਪਲੱਸ bx ਹੈ। y ਜਿਹੜਾ ਡਿਪੈਂਡੈਂਟ ਵੇਰੀਏਬਲ ਆ, ਠੀਕ ਹੈ, x ਇੰਡੀਪੈਂਡੈਂਟ ਵੇਰੀਏਬਲ, a ਨੂੰ ਰਿਗਰੈਸ਼ਨ ਕਾਂਸਟੈਂਟ ਕਹਿੰਦੇ ਆ, b ਜਿਹੜਾ ਰਿਗਰੈਸ਼ਨ ਕੋਫੀਸ਼ੀਐਂਟ ਹੈ, ਠੀਕ ਹੈ, ਜਾਂ ਗ੍ਰੇਡੀਅੰਟ ਜਾਂ ਸਲੋਪ ਵੀ ਕਹਿੰਦੇ, ਜਿਹੜਾ b ਇੱਥੇ ਆ ਰਿਹਾ। ਉਸ ਤੋਂ ਬਾਅਦ ਰਿਗਰੈਸ਼ਨ ਲਾਈਨ ਜਿਹੜੀ ਇਹਨੂੰ ਲੀਸਟ ਸਕੁਅਰ ਲਾਈਨ ਵੀ ਕਹਿੰਦੇ ਆ। ਇਹਦੇ ਪੁਆਇੰਟਸ ਆਪਾਂ ਇਸ ਤਰੀਕੇ ਨਾਲ ਪਲਾਟ ਕਰਦੇ ਹਾਂ ਤਾਂ ਕਿ ਜਿਹੜੇ ਇਹਦੇ ਅਰਾਊਂਡ ਪੁਆਇੰਟਸ ਹੋਣ ਉਹਨਾਂ ਦਾ ਇਕੁਅਲ ਡਿਸਟੈਂਸ ਹੋਵੇ ਲਾਈਨਸ ਤੋਂ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਇਹ ਲਾਈਨ ਡਰਾ ਕਰਦੇ ਹਾਂ। ਹੁਣ ਕੀ ਹੈ ਕਿ ਡਿਫਰੈਂਸ ਬਿਟਵੀਨ ਕੋਰਿਲੇਸ਼ਨ ਐਂਡ ਰਿਗਰੈਸ਼ਨ, ਰਿਗਰੈਸ਼ਨ ਅਤੇ ਕੋਰਿਲੇਸ਼ਨ 'ਚ ਡਿਫਰੈਂਸ ਕੀ ਹੋਏਗਾ। ਡਿਫਰੈਂਸ ਦੇ ਲਈ ਇਹ ਸਾਰੇ ਪੁਆਇੰਟਸ ਆ ਕਿ ਜਿਹੜਾ ਕੋਰਿਲੇਸ਼ਨ ਹੈ ਉਹ ਤਾਂ ਸਿਰਫ ਸਾਨੂੰ ਇਹ ਦੱਸਦਾ ਕਿ ਦੋਨੋਂ ਜਿਹੜੇ ਵੇਰੀਏਬਲ ਹੈ ਇੱਕ ਦੂਜੇ ਨਾਲ ਕਿਸ ਤਰੀਕੇ ਨਾਲ ਰਿਲੇਟਡ ਹੈ। ਜਿਹੜਾ ਰਿਗਰੈਸ਼ਨ ਹੈ ਸਾਨੂੰ ਨਿਊਮੈਰੀਕਲ ਵੈਲਿਊ ਦਿੰਦਾ ਹੈ ਕਿ ਕਿਸ ਤਰੀਕੇ ਨਾਲ ਇੱਕ ਵੇਰੀਏਬਲ ਨੂੰ ਦੂਸਰੇ ਦੀ ਹੈਲਪ ਨਾਲ ਫਾਈਂਡ ਆਊਟ ਕੀਤਾ ਜਾ ਸਕਦਾ ਹੈ। ਇਸ ਤਰੀਕੇ ਨਾਲ ਇਹਦੇ ਬਾਕੀ ਪੁਆਇੰਟ ਵੀ ਦੇਖੋ ਕਿ ਇਹਦੇ ਵਿੱਚ ਸਿਰਫ 2 ਵੇਰੀਏਬਲ ਹੁੰਦੇ ਆ, ਲੇਕਿਨ ਉਹਨਾਂ ਦੇ ਵਿੱਚ ਇੰਡੀਪੈਂਡੈਂਟ ਅਤੇ ਡਿਪੈਂਡੈਂਟ ਦਾ ਕੋਈ ਫਰਕ ਨਹੀਂ ਹੁੰਦਾ। ਇਹਦੇ ਵਿੱਚ ਸਾਨੂੰ ਇੰਡੀਪੈਂਡੈਂਟ ਅਤੇ ਡਿਪੈਂਡੈਂਟ ਵੇਰੀਏਬਲ ਲੈਣ ਦੀ ਲੋੜ ਨਹੀਂ ਹੁੰਦੀ ਕੋਰਿਲੇਸ਼ਨ ਦੇ ਵਿੱਚ, ਜਦੋਂ ਕਿ ਰਿਗਰੈਸ਼ਨ ਦੇ ਵਿੱਚ ਇੰਡੀਪੈਂਡੈਂਟ ਅਤੇ ਡਿਪੈਂਡੈਂਟ ਵੇਰੀਏਬਲ ਡਿਫਾਈਨ ਕਰਕੇ ਅਸੀਂ ਇਹਨੂੰ ਸੋਲਵ ਕਰਦੇ ਹਾਂ। ਇਸੇ ਤਰੀਕੇ ਨਾਲ ਬਾਕੀ ਹੋਰ ਸਾਰੇ ਪੁਆਇੰਟਸ ਹੈ ਸਾਰੇ ਤੁਸੀਂ ਕਰਨੇ ਆ। ਡਿਫਰੈਂਸ ਜਿਹੜਾ ਇੰਪੋਰਟੈਂਟ ਆ ਦੋਨੋਂ ਕੋਰਿਲੇਸ਼ਨ ਅਤੇ ਰਿਗਰੈਸ਼ਨ ਦੇ ਵਿੱਚ। ਹੁਣ ਆਪਾਂ ਮੇਨਲੀ ਮੈਥਡ 'ਤੇ ਆਉਂਦੇ ਹਾਂ। ਪਹਿਲਾ ਹੈ ਫਰੀ ਹੈਂਡ ਕਰਵ ਮੈਥਡ ਅਤੇ ਦੂਸਰਾ ਲੀਸਟ ਸਕੁਅਰ ਮੈਥਡ। ਫਰੀ ਹੈਂਡ ਦਾ ਮਤਲਬ ਇਹ ਹੈ ਕਿ ਤੁਸੀਂ ਜਿਹੜਾ ਡਿਪੈਂਡੈਂਟ ਵੇਰੀਏਬਲ ਆ ਉਹ y ਇੱਧਰਲੇ ਪਾਸੇ ਲੈ ਲਓ, x ਇੱਧਰ ਲੈ ਲਓ ਅਤੇ ਪੁਆਇੰਟ ਜਿਹੜੇ ਵੀ ਤੁਹਾਨੂੰ ਦਿੱਤੇ ਉਹਨੂੰ ਪਲਾਟ ਕਰ ਲਓ ਅਤੇ ਪੁਆਇੰਟਸ ਜਿੱਧਰ ਨੂੰ ਜਾ ਰਹੇ ਉਹਦੇ ਅਕੋਰਡਿੰਗਲੀ ਲਾਈਨ ਡਰਾ ਕਰ ਲਓ। ਉਸ ਅਕੋਰਡਿੰਗਲੀ ਤੁਹਾਨੂੰ ਰਿਲੇਸ਼ਨ ਮਿਲ ਜਾਏਗਾ ਕਿ ਦੋਨੋਂ ਦੇ ਵਿੱਚ ਕੀ ਮੈਥਡ ਲੱਗ ਰਿਹਾ, ਠੀਕ ਹੈ। ਅਤੇ ਦੂਸਰਾ ਜਿਹੜਾ ਹੈ ਲੀਸਟ ਸਕੁਅਰ ਮੈਥਡ, ਇਹਦੇ ਲਈ ਅਸੀਂ ਕੀ ਕਰਦੇ ਹਾਂ, ਮੈਂ ਇੱਕ ਕੁਐਸਚਨ ਹੀ ਆਪਾਂ ਕਰਕੇ ਦੇਖਦੇ ਹਾਂ ਕਿੱਦਾਂ ਹੋਏਗਾ। ਜਿੱਦਾਂ ਮੰਨ ਲਓ ਇਹਦੇ ਲਈ ਆਪਾਂ ਰਿਗਰੈਸ਼ਨ ਲਾਈਨ ਫਾਈਂਡ ਆਊਟ ਕਰਨੀ ਆ। ਦਿਸ ਇਜ਼ ਦੀ ਕੁਐਸਚਨ ਵੇਅਰ x ਐਂਡ y ਆਰ ਗਿਵਨ। ਤੁਸੀਂ ਕੀ ਕਰਨਾ, ਪਹਿਲਾਂ x ਸਕੁਅਰ ਅਤੇ xy ਦੋ ਚੀਜ਼ਾਂ ਫਾਈਂਡ ਆਊਟ ਕਰ ਲੈਣੀਆਂ। ਦਿਸ ਇਜ਼ ਦੀ ਮੈਥਡ ਆਫ ਫਾਈਂਡਿੰਗ ਦੀ ਰਿਗਰੈਸ਼ਨ ਲਾਈਨ ਵਿਚ ਇਜ਼ ਦੀ ਮੇਨ ਟੋਪਿਕ ਆਫ ਦਿਸ ਚੈਪਟਰ। ਸੋ x ਦਾ ਸਕੁਅਰ ਕਰ ਲਿਆ ਇੱਥੇ ਅਤੇ ਇੱਥੇ ਦੋਨਾਂ ਦੀ ਪ੍ਰੋਡਕਟ ਕਰ ਲਈ, ਠੀਕ ਹੈ। ਟੇਬਲ ਦੇ ਵਿੱਚ 2 ਕਾਲਮ ਆਪਾਂ ਹੋਰ ਲਗਾ ਲਏ। ਫਿਰ ਆਪਾਂ ਇਹ ਸਾਰੇ ਕਾਲਮਸ ਦਾ ਸਮ ਕਰ ਦਿੱਤਾ ਨੀਚੇ, ਸਿਗਮਾ x ਹੋ ਗਿਆ, ਠੀਕ ਹੈ, ਫਿਰ ਸਿਗਮਾ y ਹੋ ਗਿਆ, ਫਿਰ ਸਿਗਮਾ x ਸਕੁਅਰ ਹੋ ਗਿਆ ਐਂਡ ਸੋ ਔਨ। ਅਤੇ ਇਹ ਸਾਰਿਆਂ ਦਾ ਸਮ ਹੋ ਗਿਆ। ਸਮ ਕਰਕੇ ਸਾਨੂੰ 4 ਵੈਲਿਊਜ਼ ਜਿਹੜੇ 4 ਸਮੇਸ਼ਨ ਪਤਾ ਚੱਲ ਗਏ। ਹੁਣ ਅਸੀਂ ਕੀ ਕਰਨਾ, ਇਹਨਾਂ ਨੂੰ ਆਪਾਂ ਪੁੱਟ ਕਰਨਾ ਇਸ ਫਾਰਮੂਲੇ 'ਚ। ਇਹ ਹੈ y ਦੀ b ਵੈਲਿਊ ਫਾਈਂਡ ਆਊਟ ਕਰਨ ਦੇ ਲਈ, ਕਿਉਂਕਿ ਸਾਡੇ ਕੋਲ ਰਿਗਰੈਸ਼ਨ ਲਾਈਨ ਹੋਏਗੀ y ਇਜ਼ ਇਕੁਅਲ ਟੂ a ਪਲੱਸ bx। ਸੋ ਜਿਹੜਾ b ਹੈ ਸਲੋਪ ਦਾ ਮੈਥਡ ਹੈ n ਇੰਟੂ ਸਿਗਮਾ ਐਕਸ ਵਾਈ ਮਾਈਨਸ ਸਿਗਮਾ ਐਕਸ ਸਿਗਮਾ ਵਾਈ ਅਪੋਨ n ਇੰਟੂ ਸਿਗਮਾ ਐਕਸ ਸਕੁਅਰ ਮਾਈਨਸ ਸਿਗਮਾ ਐਕਸ ਹੋਲ ਸਕੁਅਰ। ਤਾਂ ਜਦੋਂ ਆਪਾਂ ਇਹਦੇ ਵਿੱਚ ਵੈਲਿਊਜ਼ ਪੁੱਟ ਕਰਦੇ ਹਾਂ ਸਮੇਸ਼ਨ ਵਾਲੀਆਂ ਚਾਰੋਂ ਵੈਲਿਊਜ਼, ਤਾਂ ਸਾਡੇ ਕੋਲ ਆ ਜਾਂਦਾ ਹੈ 0.61। ਇਹ ਹੋ ਗਈ b ਦੀ ਵੈਲਿਊ, ਜਿਹੜੀ ਕਿ ਸਲੋਪ ਆ ਗਈ। ਹੁਣ ਆਪਾਂ ਨੂੰ ਚਾਹੀਦਾ a ਦਾ ਫਾਰਮੂਲਾ, ਬਸ ਦੋਨੋਂ ਤੁਸੀਂ ਯਾਦ ਰੱਖਣੇ ਆ। a ਦਾ ਫਾਰਮੂਲਾ ਹੁੰਦਾ ਸਿਗਮਾ y ਮਾਈਨਸ b ਇੰਟੂ ਸਿਗਮਾ ਐਕਸ। b ਕਿਹੜਾ, ਜਿਹੜਾ ਹੁਣੇ ਫਾਈਂਡ ਆਊਟ ਕੀਤਾ, ਦੈਟ ਵਾਜ਼ 0.61। ਇਹ ਅਸੀਂ b ਦੀ ਵੈਲਿਊ ਪੁੱਟ ਕਰਦੇ ਹਾਂ, ਸਿਗਮਾ ਐਕਸ ਹੈ, ਸਿਗਮਾ y ਸੇਮ ਸੀਗਾ, n ਨੰਬਰ ਆਫ ਆਬਜ਼ਰਵੇਸ਼ਨ 6 ਅਤੇ a ਦੀ ਵੈਲਿਊ ਆ ਗਈ 1.5। ਹੁਣ ਆਪਾਂ ਇਸ ਲਾਈਨ ਦੇ ਵਿੱਚ ਆ ਰਿਗਰੈਸ਼ਨ ਲਾਈਨ ਦੀ ਇਕੁਏਸ਼ਨ ਹੈ, ਇਹਦੇ ਵਿੱਚ ਅਸੀਂ ਪੁੱਟ ਕਰ ਦਿੱਤਾ a ਅਤੇ b ਅਤੇ ਇਹ ਸਾਡੇ ਕੋਲ ਇੱਕ ਰਿਲੇਸ਼ਨ ਆ ਗਿਆ। ਇਸ ਰਿਲੇਸ਼ਨ, ਇਹ ਰਿਗਰੈਸ਼ਨ ਲਾਈਨ ਦੀ ਇਕੁਏਸ਼ਨ ਹੈ। ਇਸ ਰਿਲੇਸ਼ਨ ਦੇ ਵਿੱਚ x ਦੀ ਵੈਲਿਊ ਅਗਰ ਪੁੱਟ ਕਰਦੇ ਹਾਂ, ਮੰਨ ਲਓ x ਮੈਂ 0 ਪੁੱਟ ਕਰ ਦਿੱਤਾ ਅਤੇ y ਦੀ ਵੈਲਿਊ ਕੀ ਆ ਜਾਏਗੀ, ਅਗਰ x 0 ਪੁੱਟ ਕਰਦੇ y ਦੀ ਵੈਲਿਊ 1.5 ਆ ਗਈ, ਠੀਕ ਹੈ। ਇਸੇ ਤਰ੍ਹਾਂ x ਨੂੰ 1 ਪੁੱਟ ਕਰਾਂਗੇ ਤਾਂ y ਦੀ ਵੈਲਿਊ ਆ ਜਾਏਗੀ। ਤਾਂ ਇਹ ਸਾਨੂੰ ਇੱਕ ਰਿਲੇਸ਼ਨ ਦੇ ਦਿੱਤਾ ਇਹਨੇ, ਇੱਕ ਐਵਰੇਜ ਰਿਲੇਸ਼ਨ, ਜਿਹਦੇ ਨਾਲ ਅਸੀਂ x ਦੀ ਵੈਲਿਊ ਪੁੱਟ ਕਰਕੇ y ਦੀ ਵੈਲਿਊ ਕੱਢ ਸਕਦੇ ਹਾਂ। ਤਾਂ ਸਾਡੇ ਕੋਲ ਪੁਆਇੰਟਸ ਤਾਂ ਲਿਮਿਟਡ ਹੁੰਦੇ ਜਦੋਂ ਅਸੀਂ ਸੋਲਵ ਕਰਦੇ ਕੋਈ ਵੀ ਕੁਐਸਚਨ, ਲੇਕਿਨ ਅਗਰ ਸਾਡੇ ਕੋਲ ਕੋਈ ਵੀ ਐਨੀ ਰੈਂਡਮ ਵੈਲਿਊ x ਦੀ ਲੈਣੀ ਹੋਵੇ ਕਿ ਜਿੰਨੇ ਵੀ ਮਰਜ਼ੀ ਅੱਗੇ ਜਾ ਕੇ ਜਾਂ ਪਿੱਛੇ ਜਾ ਕੇ, ਤਾਂ ਅਸੀਂ ਇਸ ਰਿਲੇਸ਼ਨ ਦੇ ਨਾਲ x ਦੀ ਵੈਲਿਊ ਪੁੱਟ ਕਰਕੇ y ਦੀ ਵੈਲਿਊ ਐਸਟੀਮੇਟ ਕਰ ਸਕਦੇ ਹਾਂ। ਦਿਸ ਇਜ਼ ਕਾਲਡ ਰਿਗਰੈਸ਼ਨ।